ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਅਜੀਜ਼ ਪਰਮਪਾਲ ਸਿੰਘ। ਤੁਸੀਂ ਦੇਖ ਰਹੇ ਹੋ ਪ੍ਰਦੇਸ਼ ਟਾਈਮਸ। ਇਸ ਨੂੰ ਤੁਸੀਂ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ, ਉਹਨਾਂ ਨੂੰ ਵੀ ਕਹੋ ਕਿ ਸਬਸਕ੍ਰਾਈਬ ਕਰਨ। ਸਤਿ ਸ਼੍ਰੀ ਅਕਾਲ ਜੀ। ਪ੍ਰਦੇਸ਼ ਟਾਈਮਸ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਪਰਮਪਾਲ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪਹਿਲਾਂ ਵਿਆਹ ਦੇ ਕੁਝ ਜਿਹੜਾ ਪੰਜਾਬੀ ਰੀਤੀ ਰਿਵਾਜ ਦੇ ਮੁਤਾਬਕ ਵਿਆਹ ਹੁੰਦੇ ਆ ਉਹਨਾਂ ਦੇ ਬਾਰੇ ਇੱਕ ਸ਼ੁਰੂ ਕੀਤੀ ਸੀ, ਜਿਹੜੀ ਕਿ ਇੱਕ ਲੜੀਵਾਰ ਅਸੀਂ ਥੋੜ੍ਹਾ ਕੁਝ ਤੁਹਾਨੂੰ ਦੱਸਦੇ ਰਹਾਂਗੇ। ਪਹਿਲਾਂ ਜਿਹੜਾ ਸੀਗਾ ਉਸ ਸੰਸਥਾ ਦੇ ਵਿੱਚ ਪਹਿਲਾਂ ਅਸੀਂ ਵਿਚੋਲਾ ਅਤੇ ਫਿਰ ਵਰ ਟੋਲਣਾ ਅਤੇ ਫਿਰ ਗੋਤ ਮਿਲਾਉਣਾ, ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ, ਆਪਾਂ ਗੱਲਬਾਤ ਕਰ ਚੁੱਕੇ ਹਾਂ ਇੱਦਾਂ ਦੀ। ਅਤੇ ਵਿਚੋਲਾ ਜਿਹੜਾ ਹੈ, ਕਿਉਂਕਿ ਇੱਥੋਂ ਸ਼ੁਰੂ ਹੁੰਦਾ ਹੈਗਾ ਕਿ ਪੰਜਾਬੀ ਵਿਆਹ ਦਾ ਜਾਣੀ ਵਿਚੋਲਾ ਵਰ ਟੋਲਦਾ ਹੈਗਾ, ਅਤੇ ਵਰ ਟੋਲਣਾ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਕਿਰਿਆ ਹੁੰਦੀ ਹੈ ਕਿ ਕਿਵੇਂ ਮਤਲਬ ਪਿੰਡ ਦਾ ਬ੍ਰਾਹਮਣ ਜਾਂ ਨਾਈ ਜਾ ਕੇ ਜਜਮਾਨਾਂ ਦੇ ਵਿੱਚ ਉਸ ਤਰ੍ਹਾਂ ਦਾ ਕੋਈ ਵਰ ਟੋਲਦਾ, ਅਤੇ ਉਸ ਤੋਂ ਬਾਅਦ ਫਿਰ ਗੋਤ ਮਿਲਾਉਣੇ ਹੁੰਦੇ ਆ ਜਿਹੜੇ ਕਿ ਬਹੁਤ ਜ਼ਰੂਰੀ ਹੁੰਦੇ ਆ। ਅੱਜ ਕੱਲ੍ਹ ਵੀ ਸਾਇੰਸ ਇਸ ਚੀਜ਼ ਨੂੰ ਮੰਨਦੀ ਹੈ ਕਿ ਗੋਤ ਮਿਲਾਉਣਾ ਜ਼ਰੂਰੀ ਹੈ, ਕਿਉਂਕਿ ਫਿਰ ਬਾਅਦ ਦੇ ਵਿੱਚ ਬੱਚੇ ਦੀ ਪੈਦਾਇਸ਼ ਦੇ ਵਿੱਚ ਕੋਈ ਅੜਿੱਚਨ ਨਹੀਂ ਆਉਂਦੀ। ਤਾਂ ਅੱਜ ਅਸੀਂ ਬਾਹਰ ਬੈਠੇ ਹਾਂ ਇੱਥੇ, ਅੱਜ ਅਸੀਂ ਅੱਗੇ ਤੋਰਦੇ ਹਾਂ ਗੱਲ ਨੂੰ ਕਿ ਪੰਜਾਬੀ ਵਿਆਹਾਂ ਦੇ ਵਿੱਚ ਅਗਲਾ ਜਿਹੜਾ ਚਰਨ ਹੈ ਉਦੋਂ ਕੀ ਕੀਤਾ ਜਾਂਦਾ ਹੈ। ਦੇਖੋ, ਹੁਣ ਵਰ ਟੋਲ ਲਿਆ, ਗੋਤ ਵੀ ਮਿਲਾ ਲਏ, ਇਸ ਤੋਂ ਬਾਅਦ ਅਸੀਂ ਫਿਰ ਇੱਕ ਪੱਕ ਠੱਕ ਕਰਨੀ ਹੁੰਦੀ ਹੈ ਜਿਹਨੂੰ ਅਸੀਂ ਮੰਗਣੀ ਵੀ ਕਹਿ ਦਿੰਦੇ ਹਾਂ। ਮੰਗਣੀ ਤੋਂ ਭਾਵ ਇਹ ਹੈ ਕਿ ਹੁਣ ਮੰਗਣੀ ਹੈ ਜਿਹੜੀ ਕੁੜੀ ਦਾ ਪਰਿਵਾਰ ਹੈ, ਕੁੜੀ ਦਾ ਪਿਓ, ਕੁੜੀ ਦਾ ਮਾਮਾ ਨਾਨਾ ਜਾਂ ਹੋਰ ਤਾਇਆ ਚਾਚਾ, ਆਮ ਤੌਰ ਉੱਤੇ ਕੀ ਹੁੰਦਾ ਹੈ ਕਿ ਜਿਹੜਾ ਮਰਦਾਵਾਂ ਪਰਿਵਾਰ ਜਿੰਨੇ ਵੀ ਮਰਦ ਹੁੰਦੇ ਆ ਨਾ ਉਹ ਜਾਂਦੇ ਆ, ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਇਸ ਤਰ੍ਹਾਂ ਨਹੀਂ ਹੈ। ਅੱਜ ਕੱਲ੍ਹ ਦੇ ਸਮੇਂ 'ਚ ਮੈਂ ਤੁਹਾਨੂੰ ਦੱਸੂਗਾ ਵੀ ਕਿਸ ਤਰੀਕੇ ਨਾਲ ਹੁੰਦਾ ਇਹ। ਫਿਰ ਤਾਇਆ, ਮਾਮਾ, ਨਾਨਾ, ਚਾਚਾ ਅਤੇ ਜਿਹੜਾ ਹੈ ਲੜਕੀ ਦਾ ਫਾਦਰ, ਉਹ ਮੰਗਣੀ ਕਰਨ ਜਾਂਦਾ ਹੈਗਾ ਲੜਕੇ ਵਾਲੇ ਦੇ ਘਰੇ, ਜਾਣੀ ਕਿ ਜਿਹੜਾ ਕਿ ਵਰ ਟੋਲਿਆ ਹੋਇਆ ਹੈ ਉਹਨਾਂ ਦੇ ਘਰੇ ਜਾਂਦੇ ਨੇ ਮੰਗਣੀ ਕਰਨ। ਤਾਂ ਮੰਗਣੀ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਕੁੜੀ ਦਾ ਪਿਓ ਹੁੰਦਾ ਹੈ ਉਹ ਕੁਛ ਚੀਜ਼ਾਂ ਲੈ ਕੇ ਜਾਂਦਾ ਹੈਗਾ ਲੜਕੇ ਦੇ ਲਈ, ਜਿਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਾ ਕੇ ਉਸ ਨੇ ਇੱਕ ਗੁੜ ਹੁੰਦਾ, ਗੁੜ ਦੀ ਰੋੜੀ, ਥੋੜ੍ਹਾ ਬਹੁਤਾ ਗੁੜ ਉਸ ਦੇ ਝੋਲੀ 'ਚ ਪਾਉਂਦਾ ਉਹ, ਫਿਰ ਉਹਦੇ ਵਿੱਚੋਂ ਇੱਕ ਰੋੜੀ ਚੱਕ ਕੇ ਗੁੜ ਦੀ ਉਸ ਦੇ ਮੂੰਹ ਦੇ ਵਿੱਚ ਪਾਉਂਦਾ, ਉਸ ਦੇ ਨਾਲ ਇੱਕ ਚਾਂਦੀ ਦਾ 1 ਰੁਪਈਆ ਰੱਖਦਾ। ਪੁਰਾਣੇ ਸਮੇਂ ਦੇ ਮੁਤਾਬਕ ਜਿਹੜੀ ਇੰਨੀ ਕਿਰਿਆ ਸਾਰੇ ਜਣੇ ਬੈਠਦੇ ਆ ਅਤੇ ਉਸ ਤੋਂ ਬਾਅਦ ਇੱਕ ਸ਼ਗਨ ਪਾਉਂਦੇ ਆ। ਇਸੇ ਇੰਨੀ ਕਿਰਿਆ ਨੂੰ ਹੀ ਜੇ ਕਿਹਾ ਜਾਂਦਾ ਸੀਗਾ ਕਿ ਇਹ ਮੰਗਣੀ ਹੋ ਗਈ। ਲੇਕਿਨ ਉਸ ਤੋਂ ਬਾਅਦ ਫਿਰ ਇੱਕ ਛੁਹਾਰਾ ਮੂੰਹ 'ਚ ਪਾਉਣ ਦਾ ਰਿਵਾਜ ਆ ਗਿਆ, ਤਾਂ ਉਹ ਮੰਗਣੀ ਵਾਲੇ ਦਿਨ ਹੀ ਪੱਕ ਠੱਕ ਕਰਨ ਦੇ ਤੌਰ ਉੱਤੇ ਗੁੜ ਵੀ ਮੂੰਹ 'ਚ ਪਾਉਂਦੇ, ਗੁੜ ਦੀ ਰੋੜੀ, ਕਈ ਥਾਵਾਂ ਦੇ ਉੱਤੇ ਗੁੜ ਦੀ ਪਕਾਈ ਹੋਈ ਰੋਟੀ ਵੀ ਮੂੰਹ 'ਚ ਪਾਉਂਦੇ ਸੀ, ਅਤੇ ਇੱਕ ਛੁਹਾਰਾ ਜਿਹੜਾ ਸੀਗਾ ਉਹ ਮੂੰਹ 'ਚ ਪਾ ਦਿੰਦਾ ਸੀਗਾ। ਤਾਂ ਉਸ ਨੂੰ ਕਈ ਵਾਰੀ ਜਿਹੜਾ ਇਹ ਸਾਰਾ ਕੁਛ ਹੁੰਦਾ ਸੀ ਉਹਨੂੰ ਇਹ ਵੀ ਕਹਿ ਦਿੰਦੇ ਸੀ ਛੁਹਾਰੇ ਦੀ ਰਸਮ ਹੈ। ਛੁਹਾਰਾ ਕੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਖਜੂਰ ਦਾ ਸੁੱਕਿਆ ਹੋਇਆ ਜਿਹੜਾ ਫਲ ਹੁੰਦਾ ਹੈਗਾ ਉਸ ਨੂੰ ਛੁਹਾਰਾ ਕਹਿੰਦੇ ਆ। ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਛੁਹਾਰੇ ਦਾ ਨਹੀਂ ਪਤਾ ਹੋਣਾ, ਸੋ ਇਹ ਵੀ ਦੱਸਣਾ ਮੇਰਾ ਫਰਜ਼ ਬਣਦਾ। ਤਾਂ ਛੁਹਾਰਾ ਪਾ ਕੇ ਮੰਗਣੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਤਾਂ ਇਸ ਸਾਰੇ ਨੂੰ ਮੰਗਣੀ ਕਹਿ ਦਿੱਤੇ ਜਾਂਦੇ ਆ। ਅਤੇ ਇੱਕ ਤਰੀਕੇ ਦੇ ਨਾਲ ਜਿਹੜਾ ਧੀ ਦਾ ਪਿਓ ਹੈ ਉਹ ਆਪਣੀ ਧੀ ਦੇ ਲਈ ਵਰ ਨੂੰ ਪੱਕਾ ਕਰ ਲੈਂਦਾ ਕਿ ਇਹ ਜਿਹੜਾ ਲੜਕਾ ਭਾਈ ਇਸ ਦਾ ਹੁਣ ਵਿਆਹ ਮੇਰੀ ਧੀ ਦੇ ਨਾਲ ਹੋਊਗਾ। ਅਤੇ ਜਿਹੜੇ ਹੋਰ ਲੜਕੇ ਦੇ ਘਰ ਦੇ ਜਿਹੜੇ ਹੋਰ ਰਿਸ਼ਤੇਦਾਰ ਹੁੰਦੇ ਆ ਉਹ ਵੀ ਮੁੰਡੇ ਨੂੰ ਆਪਣੇ ਵਿੱਤ ਦੇ ਅਨੁਸਾਰ ਸ਼ਗਨ ਪਾ ਦਿੰਦੇ ਹੈਗੇ ਆ। ਲੇਕਿਨ ਜਿਹੜਾ ਧੀ ਦੇ ਪਿਓ ਵੱਲੋਂ 1 ਰੁਪਈਆ ਦੇਣਾ ਉਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਤਾ ਰੱਖਦਾ। ਹੁਣ ਮੰਗਣੀ ਹੈ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਲਾ ਲਓ, ਉਦੋਂ ਕੀ ਸੀਗਾ ਕਿ ਜ਼ਿਆਦਾ ਤੋਂ ਜ਼ਿਆਦਾ 5 ਜਾਂ 7 ਜਣੇ ਜਾਂਦੇ ਹੁੰਦੇ ਸੀ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ 15-20 ਬੰਦੇ ਇਕੱਠੇ ਹੋ ਕੇ ਧੀ ਵਾਲੇ ਪਾਸਿਓਂ ਅਤੇ ਮੁੰਡੇ ਵਾਲੇ ਦੇ ਕੋਲ ਜਾਂਦੇ ਆ ਮੰਗਣੀ ਕਰਨ। ਅਤੇ ਅੱਗੇ ਜਾ ਕੇ ਤੁਸੀਂ ਦੇਖਿਆ ਜਾਵੇ ਤਾਂ ਅੱਗੇ ਕਈ ਵਾਰ ਹਲਵਾਈ ਵੀ ਬਿਠਾਏ ਹੁੰਦੇ ਆ, 50 ਬੰਦੇ ਇਕੱਠੇ ਹੋਏ ਹੁੰਦੇ ਆ, ਅਤੇ ਉਹਨਾਂ ਸਾਰਿਆਂ ਦੇ ਲਈ ਸੌਗਾਤਾਂ ਵਗੈਰਾ, ਉਹਨਾਂ ਸਾਰਿਆਂ ਦੇ ਲਈ ਉਪਹਾਰ ਵਗੈਰਾ ਵੀ ਲੈ ਕੇ ਜਾਂਦੇ ਆ ਧੀ ਵਾਲੇ। ਜਾਣੀ ਕੁੱਲ ਮਿਲਾ ਕੇ ਤੁਸੀਂ ਐਂ ਲਾ ਲਓ ਇੱਕ ਗਰੀਬ ਘਰ ਦੇ ਪਰਿਵਾਰ ਜਿੰਨਾ ਖਰਚਾ ਵੀ ਉੱਥੇ ਹੁੰਦਾ, ਅਤੇ ਉੱਥੇ ਜਿਹੜਾ ਹੈ ਮੰਗਣੀ ਨਾ ਹੋ ਕੇ ਇੱਕ ਛੋਟੇ ਮੋਟੇ ਵਿਆਹ ਦੇ ਬਰਾਬਰ ਇਕੱਠ ਹੁੰਦਾ, ਅਤੇ ਜੋ ਗੀਤ ਸੰਗੀਤ ਹੁੰਦਾ ਅਤੇ ਉੱਥੇ ਖੁਸ਼ੀਆਂ ਮਨਾਈਆਂ ਜਾਂਦੀਆਂ। ਮੰਗਣੀ ਵੇਲੇ ਹੀ ਇੰਨਾ ਕੁਛ ਕਰ ਲਿਆ ਜਾਂਦਾ ਅੱਜ ਕੱਲ੍ਹ ਦੇ ਸਮੇਂ 'ਚ। ਤਾਂ ਦੇਖਿਆ ਜਾਵੇ
ਮੈਂ ਨਹੀਂ ਕਹਿੰਦਾ ਹੈਗਾ ਕਿ ਇੱਥੇ ਕਿਸੇ ਰੁਪਈਏ ਦੀ ਜਾਂ ਕਿਸੇ ਮਾਇਆ ਦੀ ਕਹਿ ਲਓ ਕਿ ਉਸ ਨੂੰ ਉਚਿਤ ਜਗ੍ਹਾ 'ਤੇ ਨਹੀਂ ਵਰਤਿਆ ਜਾਂਦਾ। ਮੈਂ ਤਾਂ ਇਹ ਕਹੂੰਗਾ ਬਈ ਦੇਖੋ ਸਰਦੇ ਵਰਦੇ ਜਿਵੇਂ ਮਰਜ਼ੀ ਕਰ ਲਓ, ਪਰ ਜਿਹੜੀ ਜ਼ਰੂਰਤ ਤੋਂ ਇਲਾਵਾ ਜਿਹੜਾ ਇੱਧਰ ਉੱਧਰ ਪੈਸਾ ਰੋੜਨਾ ਉਹ ਸਾਡੀ ਰੀਤ ਨੂੰ ਖਰਾਬ ਕਰਦਾ, ਸਾਡੇ ਰਿਵਾਜ ਨੂੰ ਖਰਾਬ ਕਰਦਾ। ਸੋ ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਜਿੰਨਾ ਸੰਕੁਚਿਤ ਰਿਹਾ ਜਾਵੇ, ਜਿੰਨਾ ਘੱਟ ਤੋਂ ਘੱਟ ਕੀਤਾ ਜਾਵੇ ਮੰਗਣੀ ਦੇ ਵਿੱਚ, ਓਨਾ ਖਰਚਾ ਹੀ ਕੀਤਾ ਜਾਵੇ ਤਾਂ ਇਹ ਆਪਣੇ ਰੀਤੀ ਰਿਵਾਜ ਦੇ ਮੁਤਾਬਕ ਠੀਕ ਰਹਿੰਦਾ। ਤਾਂ ਇਹ ਸੀ ਮੰਗਣੀ। ਹੁਣ ਇੱਕ ਹੋਰ ਸਾਡੇ ਰਿਵਾਜ ਹੁੰਦਾ ਸੀਗਾ, ਉਹ ਮੰਗਣੀ ਦੀ ਜਗ੍ਹਾ 'ਤੇ ਹੀ ਕਈ ਵਾਰੀ ਹੁੰਦਾ ਸੀ ਜਾਂ ਉਸ ਨੂੰ ਅਲੱਗਾ ਕੀਤਾ ਜਾਂਦਾ ਸੀ। ਉਹਨਾਂ ਨੂੰ ਕਹਿੰਦੇ ਸੀ ਸ਼ਗਨਾਂ ਦੀ ਪੁੜੀ। ਸ਼ਗਨਾਂ ਦੀ ਪੁੜੀ ਬਹੁਤ ਵਧੀਆ ਪਿਆਰਾ ਰਿਵਾਜ ਸੀ, ਕਿਉਂਕਿ ਕਈ ਵਾਰੀ ਰਿਸ਼ਤਾ ਦੂਰ ਹੋ ਜਾਂਦਾ ਸੀ ਤਾਂ ਧੀ ਦਾ ਪਿਓ ਹੈ ਜਿਹੜਾ ਉਹ ਨਹੀਂ ਜਾ ਸਕਦਾ। ਤਾਂ ਕੀ ਹੁੰਦਾ ਸੀਗਾ ਕਿ ਜਿਹੜਾ ਵਿਚੋਲਾ, ਕੋਈ ਵੀ ਜਿਹੜਾ ਵਿਚੋਲਾ ਹੈਗਾ ਪਿੰਡ ਦਾ ਕੋਈ ਮੋਹਤਬਰ ਬੰਦਾ ਨਾਲ ਲੈ ਕੇ ਜਾਂ ਇਕੱਲਾ ਆਪ ਹੀ ਚਲਾ ਜਾਂਦਾ ਸੀ, ਅਤੇ ਉਹ ਪਰਿਵਾਰ ਜਿਹੜੀ ਲੜਕੀ ਹੁੰਦੀ ਸੀ ਉਸ ਪਰਿਵਾਰ ਵੱਲੋਂ ਇੱਕ ਲਿਫਾਫਾ ਬਣਾ ਕੇ ਲੈ ਕੇ ਜਾਂਦਾ ਸੀ ਜਿਹਨੂੰ ਕਿ ਨਾਂ ਦਿੱਤਾ ਜਾਂਦਾ ਸੀ ਪੁੜੀ। ਉਹ ਪੁੜੀ ਵਿੱਚ ਕੀ ਹੁੰਦਾ ਸੀਗਾ ਕਿ ਥੋੜ੍ਹਾ ਬਹੁਤਾ ਮਿੱਠਾ ਜਿਹਨੂੰ ਕਹਿੰਦੇ ਆ ਗੁੜ ਦੀ ਰੋੜੀ, ਉਹਦੇ ਵਿੱਚ ਥੋੜ੍ਹੇ ਜਿਹੇ ਚੌਲ ਪਾ ਦਿੱਤੇ ਜਾਂਦੇ ਸੀ ਅਤੇ ਉਹਦੇ ਉੱਤੇ ਜਿਹੜਾ ਹਲਦੀ ਵਿੱਚ ਪਾ ਦਿੱਤੀ ਜਾਂਦੀ ਸੀ ਜਾਂ ਹਲਦੀ ਉੱਤੇ ਭੁੱਕ ਦਿੱਤੀ ਜਾਂਦੀ ਸੀ, ਜਾਣੀ ਉਹਨੂੰ ਸ਼ਗਨਾਂ ਵਾਲੀ ਚਿੱਠੀ ਸ਼ਗਨਾਂ ਵਾਲੀ ਪੁੜੀ ਬਣਾ ਦਿੱਤਾ ਜਾਂਦਾ ਸੀ। ਤਾਂ ਉਹ ਵਿਚੋਲਾ ਹੀ ਲੈ ਕੇ ਚਲਾ ਜਾਂਦਾ ਸੀ, ਕਿਉਂਕਿ ਬਾਹਲੇ ਘਰ ਦੇ ਨਹੀਂ ਜਾ ਸਕਦੇ ਸੀ, ਕੰਮਾਂ ਕਾਰਾਂ ਵਾਲੇ ਬੰਦੇ ਸੀ। ਉਹ ਜਾ ਕੇ ਖੁਦ ਹੀ ਜਿਹੜਾ ਕੁਛ ਮੰਗਣੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਉਹ ਖੁਦ ਹੀ ਕਰ ਦਿੰਦਾ ਸੀ, ਅਤੇ ਉਹ ਪੁੜੀ ਨੂੰ ਖੋਲ੍ਹ ਕੇ ਲੜਕੇ ਦੇ ਮੂੰਹ ਦੇ ਵਿੱਚ ਉਸ ਰੁਪਈਆ ਵੀ ਪਾ ਦਿੰਦਾ ਸੀਗਾ। ਉਹ ਜਿਹੜਾ ਪੁੜੀ ਦੇ ਵਿੱਚ ਹੀ ਹੁੰਦਾ, ਅਤੇ ਉਹਦੇ ਵਿੱਚ ਜਿਹੜੀ ਰੋੜੀ ਪਈ ਹੁੰਦੀ ਸੀਗੀ ਆਪਣਾ ਇਹਦੀ ਗੁੜ ਦੀ, ਉਹ ਵੀ ਮੂੰਹ 'ਚ ਪਾ ਦਿੰਦਾ ਸੀ। ਤਾਂ ਫਿਰ ਕੋਈ ਫਲ ਫਰੂਟ ਜਾਂ ਕੋਈ ਮਠਿਆਈ ਜਾਂ ਕੁਛ ਹੋਰ ਕਿਸੇ ਚੀਜ਼ ਦਾ ਵੀ ਉਹ ਉਸ ਤੋਂ ਅਲੱਗ, ਜਾਣੀ ਸ਼ਗਨਾਂ ਦੀ ਜਿਹੜੀ ਪੁੜੀ ਹੁੰਦੀ ਸੀ ਉਹਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਸੀ। ਉਸ ਤੋਂ ਇਲਾਵਾ ਜੋ ਕੁਛ ਮਰਜ਼ੀ ਉਹ ਲੈ ਜਾਂਦਾ ਸੀ ਲੜਕੇ ਲਈ। ਪਰ ਅੱਜ ਇਹ ਰਿਵਾਜ ਸ਼ਗਨਾਂ ਦੀ ਪੁੜੀ ਦਾ ਹੈ ਨਹੀਂ ਗਾ। ਇਸ ਦੀ ਬਜਾਏ ਤਾਂ ਸਗੋਂ 15-20 ਬੰਦੇ ਇਕੱਠੇ ਹੋਣਾ ਆਪਦੇ ਆਪ ਦਾ ਸੁਭਾਗ ਸਮਝਦੇ ਆ ਵੀ ਕੁੜੀ ਵਾਲਿਆਂ ਦੇ ਘਰੇ ਭਾਈ ਕੁੜੀ ਵਾਲਿਆਂ ਨੂੰ ਆਉਣ ਦਿਓ, ਉਹਨਾਂ ਦੀ ਸੇਵਾ ਹੋਊਗੀ, ਲੜਕੇ ਵਾਲਿਆਂ ਦਾ ਮੁੰਡਾ ਦਾ ਵਿਆਹ ਹੋਊਗਾ ਉਹ ਸਾਡੀ ਸੇਵਾ ਕਰੂਗਾ। ਜਾਣੀ ਕਿ ਪਿੰਡ ਦੇ ਮੋਹਤਬਰ ਬੰਦੇ ਬਗੈਰ ਕਿਸੇ ਗੱਲ ਤੋਂ ਹੀ ਇਕੱਠੇ ਹੋ ਜਾਂਦੇ ਆ। ਪਿੰਡ ਦੀ ਜ਼ਰੂਰੀ ਨਹੀਂ ਹੈ, ਸ਼ਹਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਚੱਲਦਾ ਕਿ ਪੂਰਾ ਜਸ਼ਨ ਮਨਾਇਆ ਜਾਂਦਾ। ਤਾਂ ਇਹ ਵੀ ਇੱਕ ਮੰਗਣੀ ਦਾ ਦੂਸਰਾ ਭਾਗ ਸੀ। ਇੱਕ ਹੁੰਦੀ ਹੈ ਰੋਪਣਾ, ਇਹ ਵੀ ਇਹਦੇ ਬਰਾਬਰ ਦੀ ਇੱਕ ਸਾਡੀ ਹੈਗੀ ਹੈ ਸ਼ਗਨ ਹੈ ਰੋਪਣਾ। ਰੋਪਣਾ ਨੂੰ ਕਿਹਾ ਜਾਂਦਾ ਹੈਗਾ ਕਿ ਇਹ ਹੁਣ ਵਿਆਹ ਜਿਹੜਾ ਹੁੰਦਾ ਹੈ ਮੰਗਣੀ ਤੋਂ ਬਾਅਦ, ਜਿਹੜਾ ਵਿਆਹ ਦਾ ਵੱਡੀ ਰਸਮ ਹੁੰਦੀ ਹੈ, ਵਿਆਹ ਤੋਂ ਕੁਝ ਦਿਨ ਪਹਿਲਾਂ ਵੀ ਇਹ ਰੋਪਣਾ ਕੀਤੀ ਜਾ ਸਕਦੀ ਹੈ। ਤਾਂ ਨਹੀਂ ਤਾਂ ਮੰਗਣੀ ਦੀ ਥਾਂ 'ਤੇ ਜਾਂ ਮੰਗਣੀ ਦੇ ਬਰਾਬਰ 'ਤੇ ਜਾਂ ਮੰਗਣੀ 'ਤੇ ਇਹ ਸ਼ਗਨਾਂ ਦੀ ਪੁੜੀ ਤੋਂ ਬਰਾਬਰ ਰੱਖ ਕੇ ਵੀ ਇਹਨਾਂ ਦੋਨਾਂ ਦੀ ਥਾਂ 'ਤੇ ਰੋਪਣਾ ਕਰ ਦਿੱਤੀ ਜਾਂਦੀ ਹੈ। ਵੈਸੇ ਰੋਪਣਾ ਕਿਹਾ ਕਿਹਨੂੰ ਜਾਂਦਾ ਹੈ? ਰੋਪਣਾ ਜਿਹੜਾ ਸਮਾਨ ਧੀ ਦੇ ਘਰੋਂ, ਜਾਣੀ ਕਿ ਇੱਕ ਲੜਕੀ ਦੇ ਘਰੋਂ, ਲਾੜੀ ਦੇ ਘਰੋਂ ਆਉਂਦਾ ਲੜਕਿਆਂ ਦੇ ਲਈ, ਉਹ ਸਾਰਾ ਉਹਦੇ ਵਿੱਚ ਕੀ ਹੁੰਦਾ ਹੈ, ਉਹਦੇ ਵਿੱਚ ਹੁਣ ਹੋਰ ਚੀਜ਼ਾਂ ਵੱਧ ਗਈਆਂ। ਇੱਕ ਨਾਰੀਅਲ ਹੁੰਦਾ, ਰੁਪਈਏ ਹੁੰਦੇ ਆ, ਹੁਣ 5-10 ਵੀ ਹੋ ਸਕਦੇ ਆ, 1 ਰੁਪਈਆ ਚਾਂਦੀ ਦਾ ਵੀ ਹੋ ਸਕਦਾ, ਅਤੇ ਉਹਦੇ ਵਿੱਚ ਨਾ ਇੱਕ ਪਤਾਸੇ ਵੀ ਆ ਸਕਦੇ ਆ ਕਿਉਂਕਿ ਗੁੜ ਦੀ ਥਾਂ ਦੇ ਉੱਤੇ, ਅਤੇ ਉਹਦੇ ਵਿੱਚ ਮਖਾਣੇ, ਅਤੇ ਉਹਦੇ ਵਿੱਚ ਕੀ ਕਹਿ ਲਓ ਕਿ ਛੁਹਾਰੇ ਅਤੇ ਰਲੀਆਂ ਮਿਲੀਆਂ ਕੁਛ ਇੱਕ ਸਮੱਗਰੀ ਜੀ ਹੁੰਦੀ ਹੈ। ਉਹ ਸਮੱਗਰੀ ਹੈ ਨਾ ਜਿਹੜੀ, ਉਹ ਜਦੋਂ ਲੜਕੇ ਨੂੰ ਉਸ ਦੇ ਵਿੱਚੋਂ ਖਵਾਈ ਜਾਂਦੀ ਹੈ ਤਾਂ ਉਹ ਸਾਰੀ ਸਮੱਗਰੀ ਦੀ ਜਿਹੜੀ ਪੋਟਲੀ ਬੰਨੀ ਹੁੰਦੀ ਹੈ ਇੱਕ ਲਾਲ ਕੱਪੜੇ ਦੇ ਵਿੱਚ, ਉਸ ਨੂੰ ਰੋਪਣਾ ਕਿਹਾ ਜਾਂਦਾ ਹੈ। ਰੋਪਣਾ ਤਾਂ ਇਹ ਚੀਜ਼ ਵਿਆਹ ਤੋਂ ਪਹਿਲਾਂ 1 ਦਿਨ ਪਹਿਲਾਂ ਵੀ ਕਰੀ ਜਾ ਸਕਦੀ ਹੈ। ਅੱਛਾ, ਇਹ ਜ਼ਰੂਰੀ ਨਹੀਂ ਕਿ ਇਹ ਧੀ ਵਾਲੇ ਪਾਸਿਓਂ ਆਊਗਾ। ਕਈ ਵਾਰ ਜਿਹੜੇ ਹੈਗੇ ਲੜਕੇ ਵਾਲੇ ਹੈ, ਲੜਕੇ ਦੀ ਭੈਣ, ਲੜਕੇ ਦੀ ਭਰਜਾਈ ਅਤੇ ਲੜਕੇ ਦੀ ਮਾਂ ਤੱਕ, ਉਹਨਾਂ ਦੇ ਘਰ ਦੇ ਵੀ ਉਹਦੇ ਮਾਂ ਪਿਓ ਹੋਰ ਸਭ ਇਕੱਠੇ ਹੋ ਕੇ ਕੁੜੀ ਦੇ ਘਰੇ ਚਲੇ ਜਾਂਦੇ ਆ। ਤਾਂ ਉੱਥੇ ਜਦੋਂ ਉਹ ਕੀ ਕਰਦੇ ਆ, ਇੱਕ ਰਸਮ ਕਰਦੇ ਆ ਜਿਹਨੂੰ ਚੁੰਨੀ ਚੜਾਉਣਾ ਕਹਿੰਦੇ ਆ। ਤਾਂ ਚੁੰਨੀ ਚੜਾਉਣ ਦਾ ਜਿਹੜਾ ਹੈਗਾ ਉਹ ਚੁੰਨੀ ਚੜਾਉਣ ਦਾ ਜਿਹੜਾ ਰਿਵਾਜ ਆ ਉਸ ਨੂੰ ਰਿੰਗ ਸੈਰੇਮਨੀ ਵੀ ਕਹਿ ਦਿੰਦੇ ਆ ਅੰਗਰੇਜ਼ੀ ਦੇ ਵਿੱਚ। ਤਾਂ ਕੀ ਹੁੰਦਾ ਕਿ ਉਹ ਕੁਛ ਚੀਜ਼ਾਂ, ਕੁਛ ਵਸਤਾਂ, ਹਾਰ ਸ਼ਿੰਗਾਰ ਦਾ ਸਮਾਨ ਅਤੇ ਇੱਕ ਬਹੁਤ ਸੋਹਣੀ ਚੁੰਨੀ ਬਣਾਈ ਜਾਂਦੀ ਹੈ, ਜਿਹੜੀ ਕਿ ਚੁੰਨੀ ਦੇ ਉੱਤੇ ਪੂਰਾ
ਕੇਂਦਰਿਤ ਕੀਤਾ ਜਾਂਦਾ ਕਿ ਇਹ ਚੁੰਨੀ ਹੈ ਨਾ ਜਿਹੜੀ, ਇਹ ਕੁੜੀ ਨੂੰ ਚੜਾਉਣੀ ਹੈ, ਇੱਕ ਤਰ੍ਹਾਂ ਦੀ ਅਸੀਂ ਲੜਕੇ ਵੱਲੋਂ ਲੜਕੀ ਪੱਕੀ ਕਰਨੀ ਹੈ। ਤਾਂ ਫਿਰ ਲੜਕੀ ਨੂੰ ਲਾਲ ਚੂੜੀਆਂ, ਲਾਲ ਰੰਗ ਦਾ ਕੁਛ ਹੋਰ ਪਰਾਂਦਾ ਜਾਂ ਕੋਈ ਇੱਦਾਂ ਦੀ ਕੋਈ ਚੀਜ਼, ਹਾਰ ਸ਼ਿੰਗਾਰ ਕਰਨ ਵਾਲੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਉਹ ਲੜਕੀ ਨੂੰ ਦਿੱਤੀਆਂ ਜਾਂਦੀਆਂ। ਤਾਂ ਉਸ ਨੂੰ ਚੁੰਨੀ ਚੜਾਉਣਾ ਜਾਂ ਰਿੰਗ ਸੈਰੇਮਨੀ ਕਹਿੰਦੇ ਆ। ਫਿਰ ਲੜਕੇ ਵਾਲਿਆਂ ਵੱਲੋਂ ਲੜਕਾ ਇੱਕ ਰਿੰਗ ਜਿਹੜੀ ਹੈਗੀ ਆ ਉਹ ਉਸ ਲਾੜੀ ਨੂੰ, ਜਿਹੜੀ ਹੋਣ ਵਾਲੀ ਲਾੜੀ ਹੁੰਦੀ ਆ, ਉਸ ਨੂੰ ਉਹਦੇ ਵਿੱਚ ਰਿੰਗ ਦਿੰਦਾ। ਲੜਕੀ ਅੱਗੋਂ ਪਾਵੇ ਨਾ ਪਾਵੇ ਉਹਦਾ ਕੋਈ ਨਹੀਂ ਹੈਗਾ ਜ਼ਰੂਰੀ, ਪਰ ਲੜਕੇ ਵੱਲੋਂ ਜਿਹੜੀ ਰਿੰਗ ਦਿੱਤੀ ਜਾਂਦੀ ਹੈ ਉਸ ਨੂੰ ਰਿੰਗ ਸੈਰੇਮਨੀ ਕੀਤਾ ਜਾਂਦਾ। ਤਾਂ ਉਹ ਫਿਰ ਕੀ ਹੁੰਦਾ ਹੈਗਾ ਕਿ ਇਹ ਚੀਜ਼ਾਂ, ਇਹ ਜਿਹੜੀਆਂ ਰਸਮਾਂ, ਮੰਗਣੀ, ਰੋਪਣਾ, ਸਗਨਾਂ ਦੀ ਪੁੜੀ ਤੇ ਇਹ ਚੁੰਨੀ ਚੜਾਉਣ ਦਾ, ਇਹ ਰਸਮ ਇਕੱਠੀ ਕਰ ਲਈ ਜਾਂਦੀ ਹੈ ਜਾਂ ਥੋੜ੍ਹੇ ਵਕਫੇ ਨਾਲ ਕੀਤੀ ਜਾਂਦੀ ਹੈ ਜਾਂ ਵਿਆਹ ਕਰਨ ਤੋਂ ਇੱਕ ਦਿਨ ਪਹਿਲਾਂ ਕੀਤੀ ਜਾਂਦੀ ਹੈ। ਤਾਂ ਇਹ ਸਾਰੇ ਸੀ ਸਾਡੇ ਰੀਤੀ ਰਿਵਾਜ। ਅਗਲੀ ਵਾਰ ਜਦੋਂ ਮੈਂ ਇੱਥੇ ਤੁਹਾਡੇ ਸਨਮੁਖ ਹੋਇਆ ਤਾਂ ਮੈਂ ਤੁਹਾਨੂੰ ਦੱਸੂਗਾ ਕਿ ਇੱਕ ਹੋਰ ਬੜਾ ਹੀ ਪਿਆਰਾ ਰਿਵਾਜ ਜਿਹੜਾ ਵਿਆਹ ਦਾ ਹੈਗਾ ਸਾਡਾ, ਉਹ ਹੈਗਾ ਸਾਹਾ ਚਿੱਠੀ। ਸਾਹਾ ਚਿੱਠੀ, ਸਾਹਾ ਚਿੱਠੀ ਤੋਂ ਭਾਵ ਵਿਆਹ ਦੀ ਚਿੱਠੀ। ਸਾਹਾ ਤੋਂ ਭਾਵ ਵਿਆਹ, ਚਿੱਠੀ ਤੋਂ ਭਾਵ ਪੱਤਰ। ਸਾਹਾ ਚਿੱਠੀ ਹੈ, ਇਹ ਵੀ ਇੱਕ ਸਾਡਾ ਬਹੁਤ ਹੀ ਪਿਆਰਾ ਜਿਹਾ ਰੀਤੀ ਰਿਵਾਜ ਹੈ ਵਿਆਹ ਦਾ। ਇਹ ਚਿੱਠੀ ਹੈ ਜਿਹੜੀ, ਇਹ ਧੀ ਦੇ ਪਰਿਵਾਰ ਵੱਲੋਂ, ਧੇਤਿਆਂ ਵੱਲੋਂ ਪਤੇਤਿਆਂ ਨੂੰ, ਯਾਨੀ ਕਿ ਪਤੀ ਦੇ ਪਰਿਵਾਰ ਨੂੰ ਭੇਜੀ ਜਾਂਦੀ ਹੈ। ਤਾਂ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ ਕਿ ਵਿਆਹ ਦਾ ਮਹੂਰਤ ਹੈ ਜਿਹੜਾ ਉਹ ਕਢਵਾਇਆ ਜਾਂਦਾ ਕਿਸੇ ਪੰਡਿਤ ਕੋਲੋਂ, ਜਾਂ ਕੋਈ ਹੋਰ ਤਰੀਕੇ ਹੁੰਦੇ ਆ, ਜਾਂ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਕੋਲੋਂ ਵੀ ਕਢਾ ਲਿਆ ਜਾਂਦਾ। ਤਾਂ ਉਹਦੇ ਮੁਤਾਬਕ ਵਿਆਹ ਮਿੱਥਿਆ ਜਾਂਦਾ। ਆਮ ਤੌਰ ਉੱਤੇ ਜਦੋਂ ਤਰੀਕ ਮਿੱਥਦੇ ਹੈ ਤਾਂ ਦੋਨੇ ਹੀ ਪਰਿਵਾਰ ਰਲ ਕੇ, ਧੀ ਦਾ ਪਰਿਵਾਰ ਤੇ ਲੜਕੇ ਦਾ ਪਰਿਵਾਰ, ਦੋਨੇ ਪਰਿਵਾਰ ਰਲ ਕੇ ਚਿੱਠੀ ਇੱਕ ਤਰੀਕ ਮਿੱਥ ਲੈਂਦੇ ਆ। ਤਾਂ ਉਹ ਜਿਹੜੀ ਤਰੀਕ ਦੇ ਮੁਤਾਬਕ ਜਿਹੜਾ ਧੀ ਦਾ ਪਰਿਵਾਰ ਹੈ ਜਿਹੜਾ, ਉਹ ਲੜਕੇ ਦੇ ਪਰਿਵਾਰ ਨੂੰ ਚਿੱਠੀ ਭੇਜਦਾ, ਉਸ ਨੂੰ ਸਾਹਾ ਚਿੱਠੀ ਕਿਹਾ ਜਾਂਦਾ ਹੈ। ਕਈ ਥਾਵਾਂ ਦੇ ਇਸ ਨੂੰ ਪੀਲੀ ਚਿੱਠੀ ਵੀ ਕਿਹਾ ਜਾਂਦਾ ਤੇ ਸਗਨਾਂ ਦੀ ਚਿੱਠੀ ਵੀ ਕਿਹਾ ਜਾਂਦਾ। ਬੜਾ ਵਧੀਆ ਰੀਤੀ ਰਿਵਾਜ ਹੈਗਾ, ਇੱਕ ਤਰ੍ਹਾਂ ਦਾ ਲਿਖਤੀ ਰੂਪ ਦੇ ਵਿੱਚ ਸੱਦਾ ਪੱਤਰ ਹੋ ਜਾਂਦਾ। ਤਾਂ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਇੱਕ ਬੜੇ ਸਾਦੇ ਕਾਗਜ਼ ਦੇ ਉੱਤੇ, ਆਮ ਤੌਰ ਤੇ ਸਫੈਦ ਹੁੰਦਾ, ਉਸ ਨੂੰ ਉੱਤੇ ਚਿੱਠੀ ਬਹੁਤ ਸੋਹਣੇ ਸ਼ਬਦਾਵਲੀ ਵਿੱਚ ਲਿਖੀ ਜਾਂਦੀ ਹੈ। ਕਈ ਵਾਰੀ ਥੋੜਾ ਜਿਹਾ ਹਾਸਾ ਮਜ਼ਾਕ ਵੀ ਵਿੱਚ ਇੱਕ ਅੱਧਾ ਲਫ਼ਜ਼ ਪਾ ਦਿੱਤਾ ਜਾਂਦਾ। ਤੇ ਉਹ ਚਿੱਠੀ ਲਿਖ ਕੇ ਉਸ ਦੇ ਉੱਤੇ ਥੋੜਾ ਜਿਹਾ ਹਲਦੀ ਦਾ ਪੀਲਾ, ਮਤਲਬ ਕਿ ਕਹਿ ਲਓ ਧੱਬਾ ਜਿਹਾ ਲਾ ਕੇ ਇੱਕ, ਤੇ ਉਸ ਚਿੱਠੀ ਨੂੰ ਤੈਅ ਕਰਕੇ ਇੱਕ ਲਿਫਾਫੇ 'ਚ ਪਾ ਦਿੱਤਾ ਜਾਂਦਾ। ਤੇ ਉਸ ਲਿਫਾਫੇ ਦੇ ਵਿੱਚ ਥੋੜੇ ਜਿਹੇ ਚੌਲ ਤੇ ਗੁੜ ਦੀ ਰੋੜੀ ਵੀ ਪਾ ਦਿੱਤੀ ਜਾਂਦੀ ਹੈ ਤੇ ਲਿਫਾਫੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਉੱਪਰ ਉਸ ਲਿਫਾਫੇ ਦੇ ਉੱਤੇ ਇੱਕ ਖੰਭਣੀ ਲਪੇਟ ਦਿੱਤੀ ਜਾਂਦੀ ਹੈ। ਤਾਂ ਇਹ ਚਿੱਠੀ ਤਿਆਰ ਹੋ ਗਈ। ਤਾਂ ਇਸ ਨੂੰ ਫਿਰ ਵਿਚੋਲਾ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ, ਇੱਕ ਜਾਂ ਦੋ ਜਾਂ ਤਿੰਨ, ਉਹ ਚਲੇ ਜਾਂਦੇ ਹੈਗੇ ਆ ਲੜਕੇ ਦੇ ਘਰੇ, ਜਿਸ ਦਾ ਵਿਆਹ, ਯਾਨੀ ਜਿਸ ਨੂੰ ਜਵਾਈ ਬਣਾਉਣਾ ਹੈ, ਉਸ ਦੇ ਘਰੇ ਜਾ ਕੇ ਲੜਕੇ ਦੇ ਬਾਪ ਨੂੰ ਇਹ ਚਿੱਠੀ ਦਿੱਤੀ ਜਾਂਦੀ ਹੈ। ਦੇਖੋ, ਸਾਡੀ ਰਿਵਾਜ ਦੇ ਵਿੱਚ ਇਹ ਹੈ ਕਿ ਲੜਕੇ ਦਾ ਜਿਹੜਾ ਬਾਪ ਹੈ, ਜਿਸ ਦਾ ਵਿਆਹ ਹੋਣਾ ਲੜਕੇ ਦਾ, ਉਸ ਦੇ ਬਾਪ ਨੂੰ ਇਹ ਚਿੱਠੀ ਫੜਾਈ ਜਾਂਦੀ ਹੈ। ਤਾਂ ਉੱਥੇ ਫਿਰ ਉਹ ਚਿੱਠੀ ਜੋ ਲੈ ਕੇ ਗਏ ਹੁੰਦੇ ਆ ਉਹਨਾਂ ਦੇ ਸਾਹਮਣੇ ਪੜ੍ਹੀ ਜਾਂਦੀ ਹੈ। ਤੇ ਉਹ ਸਾਹਮਣੇ ਪੜ੍ਹਨ ਤੋਂ ਇਹ ਪਤਾ ਲੱਗਦਾ ਕਿ ਜੇ ਕੋਈ ਵਿੱਚ ਕੋਈ ਹਾਸੇ ਠੱਠੇ ਵਾਲੀ, ਕੋਈ ਮਜ਼ਾਕ ਕਰਨ ਵਾਲੇ ਕੋਈ ਲਫ਼ਜ਼ ਲਿਖੇ ਹੋਣ ਤਾਂ ਉੱਥੇ ਹੀ ਸਾਰੇ ਜਣੇ ਹੱਸਦੇ ਖੇਡਦੇ ਆ। ਤਾਂ ਜਿਹੜਾ ਫਿਰ ਚਿੱਠੀ ਲੈ ਕੇ ਗਿਆ ਹੁੰਦਾ ਉਸ ਨੂੰ ਕੋਈ ਉਪਹਾਰ ਵੀ ਦਿੱਤਾ ਜਾਂਦਾ, ਜਿਸ ਤਰ੍ਹਾਂ ਕੋਈ ਖੇਸ, ਕੰਬਲ ਜਾਂ ਕੋਈ ਹੋਰ ਲੋੜ ਪੈਣ ਦੀ ਕੋਈ ਚੀਜ਼ ਦਿੱਤੀ ਜਾਂਦੀ ਹੈ। ਤਾਂ ਇਸ ਨੂੰ ਅਸੀਂ ਸਾਹਾ ਚਿੱਠੀ ਦਾ ਨਾਂ ਦਿੱਤਾ ਗਿਆ ਹੈ। ਅੱਜ ਕੱਲ੍ਹ ਸਾਹਾ ਚਿੱਠੀ ਹੈ ਜਿਹੜੀ, ਉਹ ਸਮਝ ਲਓ ਕਿ ਜਿਹੜਾ ਵਿਆਹ ਦਾ ਕਾਰਡ ਹੁੰਦਾ ਨਾ, ਉਹੀ ਸਾਹਾ ਚਿੱਠੀ ਬਣ ਜਾਂਦਾ। ਉਸ ਨੂੰ ਅਸੀਂ ਥੋੜਾ ਜਿਹਾ ਹਲਦੀ ਦਾ ਰੰਗ ਲਾ ਕੇ, ਥੋੜਾ ਜਿਹਾ ਉਸ ਨੂੰ ਖੰਭਣੀ ਚ ਪੜਾ ਕੇ ਤੇ ਇੱਕ ਮਠਿਆਈ ਦਾ ਡੱਬਾ ਲੈ ਕੇ ਉਹ ਮਠਿਆਈ ਦੇ ਡੱਬੇ ਦੇ ਉੱਪਰ ਰੱਖ ਕੇ ਉਸ ਨੂੰ ਫੇਰ ਖੰਭਣੀ ਦੇ ਨਾਲ ਉਸ ਨੂੰ ਬੰਨ੍ਹ ਦਿੱਤਾ ਜਾਂਦਾ ਹੈ। ਤੇ ਇਹ ਅੱਜ ਕੱਲ੍ਹ ਦੇ ਟਾਈਮ ਜਿਸ ਨੇ ਇਹ ਰੀਤੀ ਰਿਵਾਜ ਨਿਭਾਉਣਾ ਹੈ, ਉਹ ਇਸ ਤਰੀਕੇ ਦੇ ਨਾਲ ਚਿੱਠੀ ਹੈ ਜਿਹੜੀ, ਸਾਹਾ ਚਿੱਠੀ ਨੂੰ ਲੜਕੇ ਦੇ ਘਰੇ ਪਹੁੰਚਾਉਂਦਾ ਹੈ। ਤੇ ਬਾਕੀ ਲਿਖਣ ਦੇ ਵਿੱਚ ਬਲਕਿ ਪੁਰਾਣੀ ਤੋਂ ਪੁਰਾਣੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਕਿ ਸਾਡਾ ਇਹ ਰੀਤੀ ਰਿਵਾਜ ਆ ਜਿਹੜਾ ਉਹ ਵਧੀਆ ਪਰਪੱਕ ਤੌਰ ਉੱਤੇ ਇਸ ਜ਼ਮਾਨੇ ਦੇ ਵਿੱਚ ਵੀ ਬਣਿਆ ਰਹੇ। ਇਸ ਦੇ ਨਾਲ ਹੀ ਮੈਂ ਇੱਕ ਹੋਰ ਦੱਸ ਦੇਵਾਂ, ਇੱਕ ਹੁੰਦਾ ਸਾਹਾ ਬੰਨ੍ਹਣਾ। ਜਿਸ ਵੀ ਲੜਕੀ ਦਾ ਜਾਂ ਲੜਕੇ ਦਾ ਵਿਆਹ ਹੈ, ਉਸ ਨੂੰ 8-10 ਦਿਨ ਪਹਿਲਾਂ ਕੋਈ ਕੰਮ ਨਹੀਂ ਕਰਨ ਦਿੱਤਾ ਜਾਂਦਾ। ਉਹਨੂੰ ਕਿਹਾ ਜਾਂਦਾ ਹੈ ਕਿ ਭਾਈ
ਸਾਹਾ ਬੰਨਿਆ। ਕੋਈ ਵੀ ਕਿਸੇ ਨੂੰ ਕਿਹਾ ਜਾਵੇ ਵੀ ਇਹ ਕੰਮ ਕਿਉਂ ਨਹੀਂ ਕਰਦਾ, ਇਹਦਾ ਸਾਹਾ ਬੰਨਿਆ ਹੋਇਆ। ਸਾਹਾ ਬੰਨਿਆ ਤੋਂ ਭਾਵ ਕਈ ਥਾਵਾਂ ਦੇ ਉੱਤੇ ਸਾਹਾ ਲੱਤ ਬੰਨਣੀ ਵੀ ਕਿਹਾ ਜਾਂਦਾ। ਉਹ ਤੋਂ ਭਾਵ ਇਹ ਹੈ ਕਿ ਦੇਖੋ, ਪਹਿਲਾਂ ਪਰਿਵਾਰ ਸਾਂਝੇ ਹੁੰਦੇ ਸੀਗੇ, ਉਸ ਪਰਿਵਾਰ ਦੇ ਵਿੱਚ ਕਾਫੀ ਜੀ ਹੁੰਦੇ ਸੀਗੇ, 5 7 10 ਹੁੰਦੇ ਸੀ, ਤਾਂ ਉਹਦੇ ਵਿੱਚ ਜੇ ਲੜਕਾ ਜਾਂ ਲੜਕੀ ਕੰਮ ਨਹੀਂ ਕਰਨਗੇ ਤਾਂ ਕੋਈ ਹਰਜ ਨਹੀਂ, ਹੋਰ ਜਿਹੜੇ ਪਰਿਵਾਰ ਦੇ ਮੈਂਬਰ ਆ ਉਹ ਕੰਮ ਕਰ ਸਕਦੇ ਆ, ਉਹ ਉੱਥੇ ਮੌਜੂਦ ਹੁੰਦੇ ਆ ਉਸ ਦਾ ਕੰਮ ਕਰਨ ਦੇ ਲਈ। ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਇੱਕ ਨਾਂ ਹੀ ਸੁਣਨ ਨੂੰ ਮਿਲਦਾ। ਮੈਂ ਦੇਖਿਆ ਕਿ ਵਿਆਹ ਦੇ ਇੱਕ ਦਿਨ ਪਹਿਲਾਂ ਤੱਕ ਵੀ ਜਿਹੜਾ ਲੜਕਾ ਉਹ ਆਪਦੇ ਕੰਮ ਕਰਦਾ ਰਹਿੰਦਾ ਤੇ ਲੜਕੀ ਵੀ ਕਰਦੀ ਰਹਿੰਦੀ ਹੈ, ਕਿਉਂਕਿ ਕਈ ਕੰਮ ਉਹਨਾਂ ਦੋਨਾਂ ਦੇ ਆਪਦੇ ਹੀ ਕਰਨ ਵਾਲੇ ਹੁੰਦੇ ਆ, ਉਹ ਕਿਸੇ ਦੇ ਕਰਨ ਵਾਲੇ ਨਹੀਂ ਹੁੰਦੇ। ਤਾਂ ਇਹ ਰਸਮ ਹੈ ਜਿਹੜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮੈਂ ਤਾਂ ਦੱਸਿਆ ਕਿਉਂਕਿ ਇਸ ਦੇ ਨਾਂ ਨੂੰ ਯਾਦ ਰੱਖਿਓ, ਇਹ ਪੁਰਾਤਨ ਹੈਗਾ ਲਫ਼ਜ਼। ਲੇਕਿਨ ਸਾਹਾ ਬੰਨਣਾ ਅੱਜ ਵੀ ਮੈਂ ਸੱਚ ਇੱਕ ਘਰ ਪਿੰਡਾਂ ਦੇ ਦੇਖੇ ਹੈਗੇ ਆ ਮੈਂ, ਉਹਦੇ ਵਿੱਚ ਵੀ ਸਾਹਾ ਬੰਨਿਆ ਜਾਂਦਾ। ਉਸੇ ਤਰੀਕੇ ਨਾਲ ਹੀ ਧੀ ਪੁੱਤ ਨੂੰ ਕਿਹਾ ਜਾਂਦਾ ਕਿ ਭਾਈ, ਪਰ 8-10 ਦਿਨ ਨਹੀਂ, ਕਹਿ ਲਓ ਕਿ 2-4 ਦਿਨ ਪਹਿਲਾਂ ਉਹਨੂੰ ਕਹਿ ਦਿੱਤਾ ਜਾਂਦਾ ਵੀ ਹੁਣ ਨਾ ਕੁੜੇ ਕੰਮ ਕਰੀ ਤੂੰ, ਨਾ ਭਾਈ ਤੂੰ ਹੁਣ ਨਹੀਂ ਕੰਮ ਕਰਨਾ। ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਫਿਰ ਕੁਝ ਦਿਨਾਂ ਦੇ ਲਈ ਕੰਮ ਨਹੀਂ ਕਰਨ ਦਿੱਤਾ ਜਾਂਦਾ, ਬਾਕੀ ਕੰਮ ਸਾਰੇ ਪਰਿਵਾਰ ਦੇ ਦੂਜੇ ਮੈਂਬਰ ਕਰ ਲੈਂਦੇ ਆ। ਇਸ ਕਰਕੇ ਇਸ ਨੂੰ ਸਾਹਾ ਬੰਨਣਾ ਕਿਹਾ ਜਾਂਦਾ ਹੈ।